हेलो एवरीवन वेलकम बैक टू योर ऑन चैनल ਸਾਇੰਟੀਅਮ। ਹਾਂਜੀ ਅੱਜ ਕਾफ़ੀ ਦਿਨਾਂ ਦੇ ਬਾਅਦ ਕਲਾਸ ਲੱਗ ਰਹੀ ਹੈ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਤੁਹਾਡੀ ਪ੍ਰੀਪਰੇਸ਼ਨ ਅੱਛੀ ਚੱਲ ਰਹੀ ਹੈ। ਅੱਜ ਆਪਾਂ ਪੀਟੈਟ ਐਗਜ਼ਾਮ ਦੀ ਜੋ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ, ਜਿਸ ਵਿੱਚ ਆਪਾਂ ਚੈਪਟਰ ਸਟਾਰਟ ਕਰਾਂਗੇ ਮੋਸ਼ਨ। ਸਟਾਰਟ ਕਰਦੇ ਹਾਂ ਅੱਜ ਆਪਾਂ। ਫਸਟ ਮੋਸ਼ਨ ਹੁੰਦਾ ਕੀ ਹੈ, ਇੰਟਰੋਡਕਸ਼ਨ। ਦੇਖੋ, ਮੋਸ਼ਨ ਦਾ ਮਤਲਬ ਹੈ ਜਦੋਂ ਕਿਸੇ ਚੀਜ਼ ਦੇ ਵਿੱਚ ਕੀ ਹੁੰਦੀ ਹੈ, ਮੂਵਮੈਂਟ। ਜਦੋਂ ਕਿਸੇ ਚੀਜ਼ ਦੇ ਵਿੱਚ ਕੀ ਹੁੰਦੀ ਹੈ, ਮੂਵਮੈਂਟ ਹੁੰਦੀ ਹੈ। ਟਾਈਮ ਦੇ ਨਾਲ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਦੋਂ ਓਬਜੈਕਟ ਮੂਵ ਕਰਦੀ ਹੈ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਮੋਸ਼ਨ ਦੇ ਵਿੱਚ ਹੋਣਾ। ਕਲੀਅਰ? ਜਿਵੇਂ ਹੁਣ ਇਹ 1 ਡਿਮੈਂਸ਼ਨ ਵੀ ਹੋ ਸਕਦੀ ਹੈ, 2 ਡਿਮੈਂਸ਼ਨਸ ਵੀ ਹੋ ਸਕਦੀ ਹੈ, 3 ਡਿਮੈਂਸ਼ਨ। ਸਿੰਪਲ ਜੀ ਗੱਲ ਹੈ। ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ ਕੋਈ ਵੀ ਚੀਜ਼ ਅਗਰ ਸਟ੍ਰੇਟ ਲਾਈਨ ਦੇ ਵਿੱਚ ਜਾਵੇ, ਜਿਵੇਂ ਰੇਲਵੇ ਟਰੈਕ, ਇਹ ਸਟ੍ਰੇਟ ਲਾਈਨ ਹੁੰਦੇ ਆ। ਮਤਲਬ ਇੱਦਾਂ ਤਾਂ ਨਹੀਂ ਹੈਗਾ ਕਿ ਜ਼ਿਗਜ਼ੈਗ ਪਾਥ 'ਚ ਮੀਨਸ ਇੱਕ ਇਹਨਾਂ ਦਾ ਪਾਥ ਬਣਿਆ ਹੁੰਦਾ, ਲਾਈਨਸ ਬਣੀਆਂ ਹੁੰਦੀਆਂ, ਉਸ 'ਤੇ ਹੀ ਮੂਵ ਕਰਨਾ ਹੁੰਦਾ, ਇੱਕ ਟਰੈਕ ਬਣਿਆ ਹੁੰਦਾ। ਤਾਂ ਇਹ ਕੀ ਹੋ ਗਿਆ, 1 ਡਿਮੈਂਸ਼ਨ। 2 ਡਿਮੈਂਸ਼ਨ ਦੀ ਅਗਰ ਗੱਲ ਕਰੀਏ, ਸਿੰਪਲ ਜਿਵੇਂ ਆਪਾਂ ਜਿਵੇਂ ਫਲੋਰ 'ਤੇ ਕੋਈ ਵੀ ਇਨਸੈਕਟ ਕਰੋਲ ਕਰ ਰਿਹਾ, ਕੋਈ ਵੀ ਕੀੜੀ ਚੱਲ ਰਹੀ ਹੈ, ਉਹ ਕੀ ਹੋ ਗਿਆ, 2 ਡਿਮੈਂਸ਼ਨ। ਕਲੀਅਰ? ਇਨਸੈਕਟ ਕਰੋਲ ਕਰਨਾ ਜਾਂ ਕਾਰ ਦਾ ਜ਼ਿਗਜ਼ੈਗ ਪਾਥ ਦੇ ਵਿੱਚ ਮੂਵ ਕਰਨਾ, ਇਹ ਸਾਰਾ ਕੀ ਹੋ ਗਿਆ, 2 ਡਿਮੈਂਸ਼ਨ ਹੋ ਗਿਆ। ਨੈਕਸਟ ਅਗਰ ਮੈਂ ਗੱਲ ਕਰਾਂ 3 ਡਿਮੈਂਸ਼ਨ, ਜਿਵੇਂ ਬਰਡ ਸਕਾਈ ਦੇ ਵਿੱਚ ਫਲਾਈ ਕਰਦੇ ਨੇ, ਮੂਵਮੈਂਟ ਤਾਂ ਹੋ ਰਹੀ ਹੈ ਨਾ, ਜਾਂ ਤਾਂ ਉਹ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਹੀ ਰਹੇ ਨੇ, ਬਟ ਉਹ ਕੀ ਹੋ ਗਿਆ, 3 ਡਿਮੈਂਸ਼ਨ ਹੋ ਗਿਆ। ਮਤਲਬ ਮੋਸ਼ਨ 3 ਤਰ੍ਹਾਂ ਦਾ ਹੁੰਦਾ, 1 ਡਿਮੈਂਸ਼ਨ, 2 ਡਿਮੈਂਸ਼ਨ, 3 ਡਿਮੈਂਸ਼ਨ। ਕਲੀਅਰ ਹੈ ਜੀ? ਮੋਸ਼ਨ ਜਿਵੇਂ ਐਰੋਪਲੇਨ ਸਪੇਸ ਦੇ ਵਿੱਚ ਮੂਵ ਕਰਦਾ ਜਾਂ ਸਕਾਈ 'ਚ ਲਗਾ ਲਓ, ਇਹ ਵੀ ਕੀ ਹੋ ਗਿਆ, ਆਪਣਾ ਮੋਸ਼ਨ ਹੋ ਗਿਆ। ਨੈਕਸਟ ਆਪਾਂ ਗੱਲ ਕਰਾਂਗੇ ਟਾਈਪਸ ਆਫ ਮੋਸ਼ਨ। ਥ੍ਰੀ ਟਾਈਪਸ ਹੁੰਦੀਆਂ ਨੇ ਮੋਸ਼ਨ ਦੀਆਂ। ਫਸਟ ਇਜ਼ ਲੀਨੀਅਰ ਮੋਸ਼ਨ। ਦੇਖੋ ਵੈਸੇ ਤਾਂ ਨੇਮ ਤੋਂ ਹੀ ਕਲੀਅਰ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਸਰਲ ਰੇਖੀ। ਕੀ ਕਹਿ ਦਿੰਦੇ ਹਾਂ, ਸਰਲ ਰੇਖੀ। ਇਸ ਦੇ ਵਿੱਚ ਕੀ ਹੁੰਦਾ, ਜੋ ਸਟ੍ਰੇਟ ਪਾਥ ਦੇ ਵਿੱਚ ਮੂਵ ਕਰਨ, ਸਿੱਧੀ ਲਾਈਨ ਦੇ ਵਿੱਚ, ਪੰਜਾਬੀ 'ਚ ਵੀ ਲਿਖ ਦਿੰਦੇ ਹਾਂ ਸਰਲ ਰੇਖੀ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਲੀਨੀਅਰ ਮੋਸ਼ਨ ਕਹਿ ਦਿੰਦੇ ਹਾਂ। ਕਲੀਅਰ? ਮੋਸ਼ਨ ਜਿਵੇਂ ਕਾਰ ਦਾ ਮੈਂ ਹੁਣੇ ਦੱਸਿਆ ਸੀ, ਜਾਂ ਕੋਈ ਵੀ ਪਰਸਨ ਰਨ ਕਰ ਰਿਹਾ, ਭੱਜ ਰਿਹਾ, ਪਰਸਨ ਰਨਿੰਗ, ਜਾਂ ਕੋਈ ਵੀ ਸਟੋਨ ਗਿਰ ਰਿਹਾ, ਇਹ ਸਾਰੇ ਕੀ ਹੋ ਜਾਂਦੇ ਆ, ਲੀਨੀਅਰ ਮੋਸ਼ਨ ਹੋ ਜਾਂਦੇ ਆ। ਠੀਕ ਹੈ ਜੀ। ਸੈਕਿੰਡ ਗੱਲ ਕਰਾਂਗੇ ਰੋਟੇਸ਼ਨਲ ਮੋਸ਼ਨ। ਰੋਟੇਸ਼ਨਲ ਮੋਸ਼ਨ ਦਾ ਮਤਲਬ ਕੀ ਹੈ, ਜੋ ਰੋਟੇਟ ਕਰੇ। ਰੋਟੇਸ਼ਨਲ ਦਾ ਮਤਲਬ ਕੀ ਹੁੰਦਾ, ਚੱਕਰਵਾਤੀ ਗਤੀ। ਮਤਲਬ ਇੱਕ ਕੀ ਹੈ, ਚੱਕਰ ਲਗਾਵੇ ਕਿਸੇ ਚੀਜ਼ 'ਚ, ਮਤਲਬ ਗੋਲ ਘੁੰਮੇ ਕੋਈ ਵੀ ਚੀਜ਼, ਉਸ ਤੋਂ ਆਪਾਂ ਰੋਟੇਸ਼ਨਲ ਮੋਸ਼ਨ ਕਹਿੰਦੇ ਹਾਂ। ਜਿਵੇਂ ਇਲੈਕਟ੍ਰਿਕ ਫੈਨਸ ਲੱਗੇ ਹੋਏ ਆ ਆਪਣੇ ਘਰ, ਜਾਂ ਅਰਥ ਆਪਣੀ ਐਕਸਿਸ ਦੇ ਅਰਾਊਂਡ ਘੁੰਮਦੀ ਹੈ। ਠੀਕ ਹੈ, ਸਨ ਦੇ ਅਰਾਊਂਡ ਤਾਂ ਘੁੰਮਦੀ ਹੈ, ਐਕਸਿਸ ਦੇ ਅਰਾਊਂਡ ਵੀ ਘੁੰਮਦੀ ਹੈ, ਉਸਨੂੰ ਆਪਾਂ ਬੋਲ ਦਿੰਦੇ ਹਾਂ ਰੋਟੇਸ਼ਨਲ ਮੋਸ਼ਨ। ਥਰਡ ਆਪਣੇ ਕੋਲ ਕੀ ਹੈ, ਓਸੀਲੇਟਰੀ ਮੋਸ਼ਨ। ਓਸੀਲੇਟਰੀ ਮੋਸ਼ਨ ਉਹ ਹੁੰਦਾ ਜਿਹਦੇ 'ਚ ਟੂ ਐਂਡ ਫਰੋ ਮੂਵਮੈਂਟ ਹੋਵੇ, ਮੀਨਸ ਇੱਦਾਂ ਝੂਲੇ ਦੀ ਤਰ੍ਹਾਂ, ਉਸਨੂੰ ਆਪਾਂ ਬੋਲ ਦਿੰਦੇ ਹਾਂ ਓਸੀਲੇਟਰੀ ਮੋਸ਼ਨ ਬੋਲ ਦਿੰਦੇ ਹਾਂ। ਜਿਵੇਂ ਆਪਣੇ ਕੋਲ ਕੀ ਹੁੰਦਾ, ਇੱਕ ਸਿੰਪਲ ਪੈਂਡੂਲਮ, ਬੋਬ ਲੱਗਿਆ ਹੁੰਦਾ ਇੱਕ ਥ੍ਰੈਡ ਦੇ ਨਾਲ, ਉਹ ਪਹਿਲਾਂ ਇਹ ਸਿੰਪਲ ਪੈਂਡੂਲਮ ਲਗਾਇਆ, ਇੱਧਰ ਗਿਆ, ਫਿਰ ਵਾਪਿਸ ਆਇਆ ਮੀਨ ਪੋਜੀਸ਼ਨ, ਦੈਨ ਐਕਸਟ੍ਰੀਮ ਪੋਜੀਸ਼ਨ, ਦੈਨ ਮੀਨ ਪੋਜੀਸ਼ਨ, ਪੈਂਡੂਲਮ। ਜਾਂ ਕੋਈ ਵੀ ਬੋਡੀ ਨੂੰ ਆਪਾਂ ਕਿਸੇ ਸਪਰਿੰਗ ਨਾਲ ਬੰਨ੍ਹ ਦਈਏ ਤਾਂ ਉਹ ਵੀ ਕਿਸ 'ਚ ਆ ਜਾਂਦੀ ਹੈ, ਓਸੀਲੇਟਰੀ ਮੋਸ਼ਨ। ਨੈਕਸਟ ਆਪਾਂ ਗੱਲ ਕਰਾਂਗੇ, 2 ਫਿਜ਼ੀਕਲ ਕੁਆਂਟੀਟੀਜ਼ ਹੁੰਦੀਆਂ ਨੇ ਆਪਣੇ ਕੋਲ। ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਕਿਹੜੀਆਂ, 2 ਫਿਜ਼ੀਕਲ ਕੁਆਂਟੀਟੀਜ਼ ਨੇ ਆਪਣੇ ਕੋਲ, ਇੱਕ ਸਕੇਲਰ, ਸੈਕਿੰਡ ਵੈਕਟਰ।
ਦੋ ਹੁੰਦੀਆਂ ਨੇ ਸਕੇਲਰ ਕੁਆਂਟਿਟੀ ਅਤੇ ਵੈਕਟਰ ਕੁਆਂਟਿਟੀ। ਹੁਣ ਇਹਨਾਂ ਨੂੰ ਸਮਝਦੇ, ਦੇਖੋ ਮੈਂ ਤੁਹਾਨੂੰ ਜਿੰਨਾ ਐਗਜ਼ਾਮ ਦੇ ਲਈ ਜੋ ਚੀਜ਼ ਇੰਪੋਰਟੈਂਟ ਹੈ ਓਨੀ ਦੱਸ ਰਹੀ ਹਾਂ। ਸਕੇਲਰ ਜੋ ਮੈਗਨੀਟਿਊਡ ਨੂੰ ਕੰਪਲੀਟਲੀ ਸਿਰਫ ਮੈਗਨੀਟਿਊਡ ਮਤਲਬ ਉਸ ਦੀ ਵੈਲਿਊ ਕਿੰਨੀ ਹੈ ਉਹ ਚੀਜ਼ ਐਕਸਪਲੇਨ ਕਰੇ, ਉਸਨੂੰ ਆਪਾਂ ਕਹਿ ਦਿੰਦੇ ਹਾਂ ਸਕੇਲਰ ਕੁਆਂਟਿਟੀ। ਜਿਵੇਂ ਮਾਸ, ਲੈਂਥ, ਟਾਈਮ, ਵਰਕ, ਐਨਰਜੀ, ਫੋਰਸ, ਪਾਵਰ, ਇਹ ਸਾਰੇ ਕੀ ਨੇ, ਸੌਰੀ ਫੋਰਸ ਵੈਕਟਰ ਹੈ, ਪਾਵਰ ਸਾਰੀਆਂ ਕੀ ਨੇ ਸਕੇਲਰ ਕੁਆਂਟਿਟੀ। ਵੈਕਟਰ ਕੁਆਂਟਿਟੀ ਦੀ ਅਗਰ ਮੈਂ ਗੱਲ ਕਰਾਂ, ਵੈਕਟਰ ਕੁਆਂਟਿਟੀ ਜੋ ਮੈਗਨੀਟਿਊਡ ਦਾ ਦੱਸੇ ਹੀ ਦੱਸੇ, ਮਤਲਬ ਵੈਲਿਊ ਤਾਂ ਦੱਸੇ ਹੀ ਦੱਸੇ, ਨਾਲ ਕੀ ਦੱਸੇ ਆਪਾਂ ਨੂੰ ਡਾਇਰੈਕਸ਼ਨ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ ਵੈਕਟਰ ਕੁਆਂਟਿਟੀ। ਜਿਵੇਂ ਫੋਰਸ ਮੈਂ ਹੁਣੇ ਬੋਲੀ ਸੀ, ਬਲ, ਡਿਸਪਲੇਸਮੈਂਟ, ਅੱਗੇ ਕਰਾਂਗੇ ਸਾਰਾ ਕੁਛ, ਵੇਟ, ਐਕਸਲੇਸ਼ਨ, ਇਹ ਸਾਰੀਆਂ ਕੀ ਨੇ ਆਪਣੇ ਕੋਲ ਵੈਕਟਰ ਕੁਆਂਟਿਟੀ ਨੇ। ਜਿਵੇਂ ਫੋਰਸ ਨੂੰ ਇਹਨੂੰ ਮੈਂਸ਼ਨ ਇੱਕ ਸਿੰਬਲ ਨਾਲ ਕਰਦੇ ਨੇ, ਆ ਐਰੋ, ਕਿਉਂਕਿ ਇਹ ਕਿਸੇ ਚੀਜ਼ ਦੀ ਡਾਇਰੈਕਸ਼ਨ ਸ਼ੋ ਕਰਦਾ ਆਪਾਂ ਨੂੰ। ਠੀਕ ਹੈ ਜੀ, ਡਿਫਰੈਂਸ ਕਰ ਲੈਂਦੇ ਹਾਂ ਇਹਨਾਂ ਦੇ ਵਿਚਕਾਰ, ਸਕੇਲਰ ਅਤੇ ਵੈਕਟਰ ਕੁਆਂਟਿਟੀ ਦੇ ਵਿਚਕਾਰ। ਇੱਧਰ ਸਕੇਲਰ, ਇੱਧਰ ਵੈਕਟਰ। ਦੇਖੋ ਸਕੇਲਰ ਕੁਆਂਟਿਟੀ ਜੋ ਮੈਗਨੀਟਿਊਡ ਦੱਸੇ, ਵੈਕਟਰ ਜੋ ਮੈਗਨੀਟਿਊਡ ਦੇ ਨਾਲ ਨਾਲ ਡਾਇਰੈਕਸ਼ਨ ਵੀ ਦੱਸੇ। ਕਲੀਅਰ? ਸਕੇਲਰ ਕੁਆਂਟਿਟੀ ਦੇ ਵਿੱਚ ਅਗਰ ਗੱਲ ਕੀਤੀ ਜਾਵੇ, ਇਹ ਸਿਰਫ ਤਾਂ ਚੇਂਜ ਹੋਊਗੀ ਜੇ ਮੈਗਨੀਟਿਊਡ ਚੇਂਜ ਹੋਊ ਸਿਰਫ, ਮਤਲਬ ਮੈਗਨੀਟਿਊਡ ਦੇ ਚੇਂਜ ਹੋਣ ਨਾਲ ਸਕੇਲਰ ਕੁਆਂਟਿਟੀ ਚੇਂਜ ਹੋਊਗੀ। ਵੈਕਟਰ ਕੁਆਂਟਿਟੀ ਦੇ ਵਿੱਚ ਚਾਹੇ ਤਾਂ ਮੈਗਨੀਟਿਊਡ ਚੇਂਜ ਹੋਵੇ ਜਾਂ ਫਿਰ ਔਰ ਪਾ ਰਹੀ ਹਾਂ ਡਾਇਰੈਕਸ਼ਨ ਇੱਕ ਚੇਂਜ ਵੀ ਚੇਂਜ ਹੋ ਰਹੀ ਹੈ ਤਾਂ ਵੈਕਟਰ ਕੁਆਂਟਿਟੀ ਚੇਂਜ ਹੋ ਜੂਗੀ। ਰਾਈਟਿੰਗ ਸਮਝਣ ਦੀ ਕੋਸ਼ਿਸ਼ ਕਰਿਓ, ਠੀਕ ਹੈ ਜੀ, ਕਲੀਅਰ? ਥਰਡ, ਇਹਨੂੰ ਸਿੰਪਲ ਆਰਡੀਨਰੀ ਲੈਟਰ 'ਚ ਲਿਖਦੇ ਹਾਂ, ਸਿੰਪਲ ਮੈਥਡ ਹੁੰਦਾ ਮੈਂਸ਼ਨ ਕਰਨ ਦਾ। ਇਹਦੇ ਲਈ ਆਪਾਂ ਨੂੰ ਕੀ ਹੈ, ਇੱਕ ਐਰੋ ਲੱਗਿਆ ਹੁੰਦਾ ਉੱਪਰ, ਮਤਲਬ ਜੋ ਡਾਇਰੈਕਸ਼ਨ ਸ਼ੋ ਕਰਦਾ ਇਸ ਤਰੀਕੇ ਨਾਲ। ਮੈਂ ਹੁਣੇ ਫੋਰਸ 'ਤੇ ਲਗਾਇਆ ਸੀ ਇੱਦਾਂ। ਕਲੀਅਰ? ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਾਂਗੇ ਡਿਸਟੈਂਸ ਤੇ ਡਿਸਪਲੇਸਮੈਂਟ ਦੀ। ਦੇਖੋ ਡਿਸਟੈਂਸ ਤੇ ਡਿਸਪਲੇਸਮੈਂਟ ਕੀ ਹੁੰਦਾ? ਸਭ ਤੋਂ ਪਹਿਲਾਂ ਡਿਸਟੈਂਸ ਨੂੰ ਤਾਂ ਦੂਰੀ ਕਿਹਾ ਜਾਂਦਾ ਆਈ ਥਿੰਕ, ਤੇ ਡਿਸਪਲੇਸਮੈਂਟ ਨੂੰ ਵਿਸਥਾਪਨ, ਇੱਦਾਂ। ਕਲੀਅਰ? ਤਾਂ ਡਿਸਟੈਂਸ ਤੇ ਡਿਸਪਲੇਸਮੈਂਟ ਦੀ ਗੱਲ ਕਰੀਏ, ਡਿਸਟੈਂਸ ਹੋ ਜਾਂਦਾ ਹੈ ਜੋ ਐਕਚੁਅਲ ਪਾਥ ਹੈ, ਰਿਐਲਿਟੀ ਦੇ ਵਿੱਚ ਜੋ ਕਿਸੇ ਚੀਜ਼ ਨੇ ਐਕਚੁਅਲ ਪਾਥ ਕੀ ਹੈ ਕਵਰ ਕੀਤਾ, ਟਰੈਵਲ ਕੀਤਾ, ਉਸਨੂੰ ਆਪਾਂ ਡਿਸਟੈਂਸ ਕਹਿ ਦਿੰਦੇ ਹਾਂ ਇੱਕ ਪਰਟੀਕੂਲਰ ਟਾਈਮ ਇੰਟਰਵਲ ਦੇ ਵਿੱਚ। ਠੀਕ ਹੈ ਜੀ, ਉਹ ਤਾਂ ਹੋ ਗਿਆ ਡਿਸਟੈਂਸ। ਡਿਸਪਲੇਸਮੈਂਟ ਕੀ ਹੋ ਜਾਂਦਾ ਆਪਣੇ ਕੋਲ? ਸ਼ੋਰਟੈਸਟ ਡਿਸਟੈਂਸ ਕਿਹਦੇ ਵਿਚਕਾਰ? ਇਨੀਸ਼ੀਅਲ ਮਤਲਬ ਸਟਾਰਟਿੰਗ ਪੁਆਇੰਟ ਤੋਂ ਫਾਈਨਲ ਪੁਆਇੰਟ ਦੇ ਵਿਚਕਾਰ। ਇਨੀਸ਼ੀਅਲ ਟੂ ਫਾਈਨਲ ਮਤਲਬ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ, ਡਾਇਰੈਕਸ਼ਨ ਮੈਂਸ਼ਨ ਕਰਦੀ ਹੈ ਡਿਸਪਲੇਸਮੈਂਟ ਦੇ ਵਿੱਚ। ਕਲੀਅਰ? ਇਹ ਹੋ ਗਿਆ ਡਿਸਟੈਂਸ ਤੇ ਡਿਸਪਲੇਸਮੈਂਟ ਹੋ ਗਏ। ਕਲੀਅਰ? ਜਿਵੇਂ ਹੁਣ ਇਹਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ, ਜਿਵੇਂ ਕੋਈ ਵੀ ਓਬਜੈਕਟ ਹੈ ਨਾ, ਏ ਤੋਂ ਕੋਈ ਵੀ ਬੋਡੀ ਕਿੱਥੇ ਤੱਕ ਗਈ? ਬੀ ਤੱਕ ਗਈ ਹੈ ਨਾ, ਏ ਤੋਂ ਬੀ ਤੱਕ। ਹੁਣ ਉਹ ਪਾਥ ਕਿਵੇਂ ਵੀ ਹੋ ਸਕਦਾ ਹੈ, ਇੱਦਾਂ ਘੁੰਮਾਉਂਦੇ ਬੀ ਤੱਕ ਪਹੁੰਚ ਗਈ। ਕਲੀਅਰ? ਮੰਨ ਲਓ ਰਸਤੇ ਦੇ ਵਿੱਚ ਇੱਥੇ ਫੇਰ ਇੱਕ ਓਬਜੈਕਟ ਲੈ ਲਓ, ਏ ਹੈ, ਬੀ ਹੈ, ਪਹਿਲਾਂ ਇੱਥੇ ਗਈ ਪੀ ਪੁਆਇੰਟ 'ਤੇ, ਦੈਨ ਕਿੱਥੇ ਆ ਗਈ? ਬੀ, ਮਤਲਬ ਬੀ ਤੱਕ ਉਹਨੇ ਦੂਰੀ ਪੂਰੀ ਕੀਤੀ ਹੈ। ਅਗਰ ਤੁਸੀਂ ਡਿਸਟੈਂਸ ਕੱਢਣਾ ਹੋਵੇ ਕਿਸ ਤਰੀਕੇ ਨਾਲ ਨਿਕਲੂਗਾ? ਏ ਪੀ ਪਲੱਸ ਬੀ ਪੀ,
ਇਹ ਕੀ ਹੋ ਗਿਆ ਤੁਹਾਡੇ ਕੋਲ डिस्टेंस, मतलब ਉਹਨੇ ਇੰਨਾ ਕਵਰ ਕੀਤਾ ਹੈ। ਕਲੀਅਰ, ਜੋ ਕਿਹਦੇ ਇਕੁਅਲ ਹੋ ਰਿਹਾ ए बी ਦੇ ਇਕੁਅਲ। ਠੀਕ ਹੈ ਜੀ। ਪਰ ਡਿਸਪਲੇਸਮੈਂਟ ਕੀ ਹੈ, ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ A ਤੋਂ B ਗਿਆ ਕੋਈ ਓਬਜੈਕਟ ਤਾਂ ਇੱਦਾਂ ਡਾਇਰੈਕਸ਼ਨ ਮੈਂਸ਼ਨ ਹੋਗੀ। ਸ਼ੋਰਟੈਸਟ ਪਾਥ ਹੈ ਤੇ ਵੈਕਟਰ ਕੁਆਂਟੀਟੀ ਹੈ, ਤਾਂ ਸ਼ੋਰਟੈਸਟ ਪਾਰਟ ਕੀ ਹੋ ਗਿਆ ਇਹਦੀ ਸਟ੍ਰੇਟ ਲਾਈਨ, ਇਹ ਸ਼ੋਰਟੈਸਟ ਹੋ ਗਿਆ ਵੀ P ਨੂੰ ਸਕਿਪ ਕਰਕੇ ਕਿੱਧਰ ਜਾ ਰਹੀ ਹੈ B ਵੱਲ, ਤਾਂ B ਵੱਲ ਕੀ ਹੈ ਐਰੋ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਡਿਸਪਲੇਸਮੈਂਟ। ਤਾਂ ਆਹ ਕੀ ਹੋ ਗਈ ਉਸਦੀ ਡਿਸਪਲੇਸਮੈਂਟ। ਅਗਰ ਹੁਣ ਮੰਨ ਲਓ ਆਹ ਓਬਜੈਕਟ ਹੈ ਕੋਈ ਸਰਕਲ 'ਚ ਘੁੰਮਿਆ, ਉਹ A ਤੋਂ ਹੀ ਸ਼ੁਰੂ ਹੋਇਆ ਸੀ, A 'ਤੇ ਹੀ ਦੁਬਾਰਾ ਆ ਗਿਆ ਹੈ ਨਾ, ਜਿੱਥੋਂ ਸਟਾਰਟ ਕੀਤਾ ਉੱਥੇ, ਤਾਂ ਇਹਦੀ ਡਿਸਪਲੇਸਮੈਂਟ ਕੀ ਹੋ ਗਈ 0। ਡਿਸਪਲੇਸਮੈਂਟ ਕੀ ਹੋਗੀ 0, ਬਟ ਡਿਸਟੈਂਸ ਕਦੀ ਵੀ 0 ਨਹੀਂ ਹੁੰਦਾ, ਨੈਵਰ ਇਕੁਅਲਸ ਟੂ 0। ਕਲੀਅਰ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਹੁਣ ਡਿਸਪਲੇਸਮੈਂਟ ਦੀ ਅਗਰ ਗੱਲ ਕੀਤੀ ਜਾਵੇ, ਡਿਸਪਲੇਸਮੈਂਟ 0 ਵੀ ਹੋ ਸਕਦੀ ਹੈ, ਪੋਜ਼ਿਟਿਵ ਵੀ ਹੋ ਸਕਦੀ ਹੈ, ਬਟ ਕਦੀ ਕਦੀ ਨੈਗੇਟਿਵ ਵੀ ਹੋ ਸਕਦੀ ਹੈ, 0 ਵੀ ਹੋ ਸਕਦੀ ਹੈ। ਮੈਂ 0 ਤੋਂ ਦੱਸ ਹੀ ਦਿੱਤਾ। ਡਿਸਟੈਂਸ ਪੋਜ਼ਿਟਿਵ ਹੀ ਰਹੂਗਾ ਹਮੇਸ਼ਾ, ਆਲਵੇਜ਼ ਪੋਜ਼ਿਟਿਵ, ਕਦੀ ਨੈਗੇਟਿਵ ਨਹੀਂ ਹੋਊਗਾ, ਕਦੀ 0 ਨਹੀਂ ਹੋਊਗਾ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਸਮਝ ਆਇਆ। डिस्टेंस ਤੇ डिस्प्लेसमेंट समझ आए ਤੁਸੀਂ ਈਜ਼ਲੀ 3-4 ਪੁਆਇੰਟ ਨੇ। डिस्टेंस, डिस्प्लेसमेंट, डिस्टेंस की है एक्चुअल पाथ, डिस्प्लेसमेंट की है जो शॉर्टेस्ट पाथ, ए अपने को स्केलर क्वांटिटी है, दिस वन वेक्टर, ए हम ऑलवेज पॉजिटिव, ए पॉजिटिव नेगेटिव 0 भी हो सकती है। ठीक है जी। एंड डिस्टेंस की होंगे अपने को इनीशियल टू फाइनल, पर डिस्प्लेसमेंट की है मतलब ये पाथ पे डिपेंड नहीं करता हैगा, डजंट डिपेंड अपॉन पाथ। पाथ की है डिस्टेंस की है डिपेंड करता है किस ते रस्ते ते पाथ ते। नैक्सट आप गल करांगे यूनीफॉर्म मोशन की। यूनीफॉर्म मोशन की होंगे, देखो जो कोई भी बॉडी इक्वल डिस्टेंस कवर करती है इन इक्वल इंटरवल ऑफ टाइम, उसनों कह देना यूनीफॉर्म मोशन। ठीक है जी, ये मैटर नहीं करता उन्होंने इंटरवल कितना स्मॉल है। ठीक है, इंटरवल कितना भी छोटा हो इस ते डिपेंड नहीं करता, जो इक्वल डिस्टेंस इक्वल टाइम दे विच कवर किया जाए उसनों की कहांगे यूनीफॉर्म मोशन। जिमें कोई कार चल रही है, ठीक है, कोई भी कार चल रही है तो एक कॉन्सटेंट स्पीड ते मतलब वो 10 मीटर 1 सैकेंड दे विच कवर करती है, फिर वो अगले 10 मीटर 1 सैकेंड कवर करती है, तो वह मोशन की रह रहा है यूनीफॉर्म, डिस्टेंस भी सेम चल रहा है, टाइम भी सेम चल रहा है, तो वह ग्राफ किद्दां बनूगा डिस्टेंस के टाइम च, आ डिस्टेंस हुंदा आ टाइम, इदां एरो लग जाते एक स्ट्रेट लाइन इस तरीके ना, क्योंकि 10 20 30 इधर इधर टाइम क्या 1 सैकेंड 2 सैकेंड 3 सैकेंड 4 सैकेंड 10 मीटर 1 सैकेंड दैन
ਇੱਕ ਵਧਿਆ ਨਾ, ਤਾਂ ਇਹ ਲਾਈਨ 'ਚ ਇੱਦਾਂ ਬਣਾ ਲਓ, ਮਤਲਬ ਇੱਕ ਸਟ੍ਰੇਟ ਪਾਥ ਦੇ ਵਿੱਚ ਕੀ ਗਈ ਹੈ, ਲਾਈਨ ਗਈ ਹੈ। ਠੀਕ ਹੈ ਜੀ, ਕਲੀਅਰ। ਇਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਯੂਨੀਫਾਰਮ ਮੋਸ਼ਨ। ਕੀ ਕਹਿੰਦੇ ਆ, ਸੌਰੀ, ਯੂਨੀਫਾਰਮ ਮੋਸ਼ਨ। आई नो आज थोड़ी राइटिंग गंदी हो रही है, एक्चुअली मैं बहुत टायर्ड हाँ, काफ़ी दिनों तो बिजी सी, दैट्स वाई। फिर मैं सोचा क्लास तो लगाई दी है, छोटी जी लगावांगे। नैक्सट बस लास्ट टॉपिक है नॉन यूनीफॉर्म मोशन। हुण इस दे विच की होगा, जदों अनइक्वल डिस्टेंस दूरी बराबर नहीं हैगी, इक्वल टाइम च कवर किया जाए, इन इक्वल इंटरवल ऑफ टाइम, उसनों आपां की कह दिंदे आ, नॉन यूनीफॉर्म मोशन। ठीक है जी, जिवें मैं कोई भी बाल ड्रॉप की सुट्टी, ठीक है, बॉल नूं रूफ तो छत तो सुट्टी गई बिल्डिंग तो, उन्हें अनइक्वल, एक बार उन्हें 5 मीटर 1 सैकेंड कवर कर लिया, अगली बार उन्हें 12 मीटर 2 सैकेंड कवर कर ली, अगली बार उन्हें 25 मीटर 3 सैकेंड दे विच। हुण देखो टाइम बराबर है, 1 सैकेंड का डिफरेंस लग रहा है, बट डिस्टेंस की है अनइक्वल, कभी वध रहा कभी घट रहा। ठीक है जी, वध घट हो रहा। क्लीयर होया कि किस तरीके नाल आपां नॉन यूनीफॉर्म ते यूनीफॉर्म मोशन किस नूं कहने आ, मतलब फर्क आई जाए। ठीक है जी, मतलब डिस्टेंस वध घट हो ही जाए, उसनूं आपां की कह दिंदे आ, नॉन यूनीफॉर्म मोशन कह दिंदे आ। आई होप तुहाडा क्लीयर हो चुका। अज का टॉपिक और इन्ना ही करांगे प्लीज़। एंड अगर वीडियो समझ आई हो तो लाइक करियो, कोई डाउट होंदा तो कमेंट सैक्शन दे विच पुछ लियो, शेयर कर दियो अपने फ्रेंड्स के नाल, टैलीग्राम ग्रुप नूं ज्वाइन कर लियो। थैंक यू सो मच, थैंक यू।